ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਕੱਲ੍ਹ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 17ਵੇਂ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ। ਆਓ ਅੱਜ ਆਪਾਂ 18ਵੇਂ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਰਾਗ ਸ੍ਰੀ ਰਾਗ ਵਿੱਚ ਗੁਰੂ ਨਾਨਕ ਦੀ ਬਾਣੀ। ਭਲੀ ਸਰੀ ਜੇ ਉਬਰੀ ਹੋਮੈ ਮੋਈ ਕਰਾਹ। ਮੇਰੇ ਵਾਸਤੇ ਬਹੁਤ ਚੰਗਾ ਹੋਇਆ ਕਿ ਮੇਰੀ ਜਿੰਦ ਵਿਕਾਰਾਂ ਤੋਂ ਬਚ ਗਈ। ਮੇਰੇ ਹਿਰਦੇ ਵਿੱਚੋਂ ਹੋਮੈ ਮਰ ਗਈ। ਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾ ਵਿਸਾਹ। ਮੈਨੂੰ ਆਪਣੇ ਗੁਰੂ ਦੀ ਥਾਪਣਾ ਮਿਲੀ ਤੇ ਵਿਕਾਰ ਮੈਨੂੰ ਖੁਆਰ ਕਰਨ ਦੇ ਥਾਂ ਉਲਟੇ ਮੇਰੇ ਵੱਸ ਵਿੱਚ ਹੋ ਗਏ। ਕਲਪ ਤਿਆਗੀ ਬਾਦ ਹੈ ਸੱਚਾ ਬੇਪਰਵਾਹ। ਸਦਾ ਥਿਰ ਰਹਿਣ ਵਾਲਾ ਬੇਪਰਵਾਹ ਪ੍ਰਭੂ ਮੈਨੂੰ ਮਿਲ ਪਿਆ। ਮੈਂ ਮਾਇਆ ਮੋਹ ਦੀ ਵਿਅਰਥ ਕਲਪਨਾ ਛੱਡ ਦਿੱਤੀ। ਮਨ ਰੇ ਸੱਚ ਮਿਲੈ ਭਉ ਜਾਏ। ਹੇ ਮੇਰੇ ਮਨ, ਜਦੋਂ ਸਦਾ ਥਿਰ ਪ੍ਰਭੂ ਮਿਲ ਪਏ ਤਾਂ ਦੁਨੀਆ ਦਾ ਡਰ ਸਹਿਮ ਦੂਰ ਹੋ ਜਾਂਦਾ ਹੈ। ਭੈ ਬਿਨ ਨਿਰਭਉ ਕਿਉ ਥੀਐ ਗੁਰਮੁਖ ਸ਼ਬਦ ਸਮਾਏ ਰਹਾਓ। ਜਦ ਤੱਕ ਪਰਮਾਤਮਾ ਦਾ ਡਰ ਅਦਬ ਮਨ ਵਿੱਚ ਨਾ ਹੋਵੇ, ਮਨੁੱਖ ਦੁਨੀਆ ਦੇ ਡਰਾਂ ਤੋਂ ਬਚ ਹੀ ਨਹੀਂ ਸਕਦਾ। ਤੇ ਪਰਮਾਤਮਾ ਦਾ ਡਰ ਅਦਬ ਤਦੋਂ ਹੀ ਪੈਦਾ ਹੁੰਦਾ ਹੈ ਜਦੋਂ ਜੀਵ ਗੁਰੂ ਦੀ ਰਾਹੀਂ ਸ਼ਬਦ ਵਿੱਚ ਜੁੜਦਾ ਹੈ। ਰਹਾਓ। ਕੇਤਾ ਆਖਣ ਆਖੀਐ ਆਖਣ ਤੋਟ ਨਾ ਹੋਏ। ਮਨੁੱਖ ਦੁਨੀਆ ਵਾਲੀ ਮੰਗ ਕਿਤਨੀ ਹੀ ਮੰਗਦਾ ਰਹਿੰਦਾ ਹੈ। ਮੰਗਣ ਵਿੱਚ ਕਮੀ ਹੁੰਦੀ ਹੀ ਨਹੀਂ, ਭਾਵ ਦੁਨਿਆਵੀ ਮੰਗ ਮੁੱਕਦੀ ਹੀ ਨਹੀਂ। ਮੰਗਣ ਵਾਲੇ ਕੇਤੜੇ ਦਾਤਾ ਇੱਕੋ ਸੋਏ। ਫਿਰ ਬੇਅੰਤ ਜੀਵ ਹਨ। ਮੰਗਣ ਵਾਲੇ ਤੇ ਦੇਣ ਵਾਲਾ ਸਿਰਫ ਇੱਕੋ ਪਰਮਾਤਮਾ ਹੈ। ਪਰ ਇਸ ਮੰਗਣ ਵਿੱਚ ਸੁਖ ਵੀ ਨਹੀਂ ਹੈ। ਜਿਸ ਕੇ ਜੀ ਪ੍ਰਾਣ ਹੈ ਮਨ ਵਸਿਆ ਸੁਖ ਹੋਏ। ਜਿਸ ਪਰਮਾਤਮਾ ਨੇ ਜਿੰਦ ਪ੍ਰਾਣ ਦਿੱਤੇ ਹੋਏ ਹਨ, ਜੇ ਉਹ ਮਨੁੱਖ ਦੇ ਮਨ ਵਿੱਚ ਵਸ ਪਏ ਤਦੋਂ ਹੀ ਸੁਖ ਹੁੰਦਾ ਹੈ। ਜਗ ਸੁਪਨਾ ਬਾਜੀ ਬਣੀ ਖਿਨ ਮੈਂ ਖੇਲ ਖਿਲਾਏ। ਜਗਤ ਮਾਨੋ ਸੁਪਨਾ ਹੈ। ਜਗਤ ਇੱਕ ਖੇਡ ਬਣੀ ਹੋਈ ਹੈ। ਜੀਵ ਇੱਕ ਖਿਨ ਵਿੱਚ ਜ਼ਿੰਦਗੀ ਦੀ ਖੇਡ ਖੇਡ ਕੇ ਚਲਾ ਜਾਂਦਾ ਹੈ। ਸੰਜੋਗੀ ਮਿਲ ਏਕ ਸੇ ਵੇ ਜੋਗੀ ਉੱਠ ਜਾਏ। ਪ੍ਰਭੂ ਦੀ ਸੰਜੋਗ ਸਤਿਆ ਨਾਲ ਪ੍ਰਾਣੀ ਮਿਲ ਕੇ ਇਕੱਠੇ ਹੁੰਦੇ ਹਨ। ਵਿਜੋਗ ਸਤਿਆ ਅਨੁਸਾਰ ਜੀਵ ਇੱਥੋਂ ਉੱਠ ਕੇ ਤੁਰ ਪੈਂਦਾ ਹੈ। ਜੋ ਤਿਸ ਭਾਣਾ ਸੋ ਥੀਐ ਅਵਰ ਨਾ ਕਰਨਾ ਜਾਏ। ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। ਉਸ ਦੇ ਉਲਟ ਹੋਰ ਕੁਝ ਨਹੀਂ ਕੀਤਾ ਜਾ ਸਕਦਾ। ਗੁਰਮੁਖ ਅਵਸਥ ਵਿਸਾਈ ਹੈ ਸੱਚ ਵਖਰ ਸੱਚ ਰਾਸ। ਸਦਾ ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਅਸਲ ਸੌਦਾ ਹੈ ਤੇ ਪੂੰਜੀ ਹੈ ਜੋ ਵਿਹਾਜਣ ਲਈ ਜੀਵ ਇੱਥੇ ਆਇਆ ਹੈ। ਇਹ ਸੌਦਾ ਗੁਰੂ ਦੀ ਰਾਹੀਂ ਹੀ ਖਰੀਦਿਆ ਜਾ ਸਕਦਾ ਹੈ। ਜਿਨੀ ਸੱਚ ਵਣੰਜਿਆ ਗੁਰ ਪੂਰੇ ਸਾਬਾਸ਼। ਜਿਨ੍ਹਾਂ ਬੰਦਿਆਂ ਨੇ ਇਹ ਸੱਚਾ ਸੌਦਾ ਖਰੀਦਿਆ ਹੈ ਉਹਨਾਂ ਨੂੰ ਪੂਰੇ ਗੁਰੂ ਦੀ ਥਾਪਣਾ ਮਿਲਦੀ ਹੈ। ਨਾਨਕ ਅਵਸਥ ਪਛਾਣ ਸੀ ਸੱਚ ਸੌਦਾ ਜਿਸ ਪਾਸ। ਹੇ ਨਾਨਕ, ਜਿਸ ਦੇ ਪਾਸ ਇਹ ਸੱਚਾ ਸੌਦਾ ਹੁੰਦਾ ਹੈ, ਇਸ ਵਸਤ ਦੀ ਕਦਰ ਵੀ ਉਹੀ ਜਾਣਦਾ ਹੈ। ਸ੍ਰੀ ਰਾਗ ਮਹਲ ਪਹਿਲਾ। ਧਾਤ ਮਿਲੈ ਫੁਨ ਧਾਤ ਕੋ ਸਿਫਤੀ ਸਿਫਤ ਸਮਾਏ। ਪ੍ਰਭੂ ਦੀ ਸਿਫਤ ਸਲਾਹ ਕਰਕੇ ਗੁਣਾਂ ਦੇ ਮਾਲਕ ਪ੍ਰਭੂ ਵਿੱਚ ਮਨੁੱਖ ਇਉਂ ਲੀਨ ਹੋ ਜਾਂਦਾ ਹੈ ਜਿਵੇਂ ਸੋਨਾ ਆਦਿ ਕਿਸੇ ਧਾਤ ਦਾ ਬਣਿਆ ਹੋਇਆ ਜੇਵਰ ਢਲ ਕੇ ਮੁੜ ਉਸੇ ਧਾਤ ਨਾਲ ਇੱਕ ਰੂਪ ਹੋ ਜਾਂਦਾ ਹੈ। ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ। ਸਿਫਤ ਸਲਾਹ ਦੀ ਬਰਕਤ ਨਾਲ ਮਨੁੱਖ ਉੱਤੇ ਪੱਕਾ ਗੂੜਾ ਲਾਲ ਰੰਗ ਚੜ੍ਹ ਜਾਂਦਾ ਹੈ। ਮਨੁੱਖ ਦਾ ਚਿਹਰਾ ਚਮਕ ਉੱਠਦਾ ਹੈ। ਸੱਚ ਮਿਲੈ ਸੰਤੋਖੀਆ ਹਰ ਜਪੇ ਕੈ ਭਾਏ। ਪਰ ਉਹ ਸਦਾ ਥਿਰ ਪ੍ਰਭੂ
ਉਹਨਾਂ ਸੰਤੋਖੀ ਜੀਵਨ ਵਾਲਿਆਂ ਨੂੰ ਹੀ ਮਿਲਦਾ ਹੈ ਜੋ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਕਰਦੇ ਉਸ ਇੱਕੋ ਦੇ ਪ੍ਰੇਮ ਵਿੱਚ ਹੀ ਮਗਨ ਰਹਿੰਦੇ ਹਨ। ਭਾਈ ਰੇ ਸੰਤ ਜਨਾ ਕੀ ਰੇਣ। ਹੇ ਭਾਈ, ਪ੍ਰਭੂ ਦਾ ਦਰਸ਼ਨ ਕਰਨਾ ਹੈ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ। ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਣ। ਰਹਾਓ, ਸੰਤ ਜਨਾਂ ਦੀ ਸਭਾ ਵਿੱਚ, ਸਤ ਸੰਗ ਵਿੱਚ ਗੁਰੂ ਮਿਲਦਾ ਹੈ। ਮਾਨੋ ਕਾਮ ਧੇਨ ਹੈ ਜਿਸ ਪਾਸੋਂ ਉਹ ਨਾਮ ਪਦਾਰਥ ਮਿਲਦਾ ਹੈ ਜੋ ਵਿਕਾਰਾਂ ਤੋਂ ਬਚਾ ਲੈਂਦਾ ਹੈ। ਰਹਾਓ, ਉੱਚੋ ਥਾਨ ਸੁਹਾਵਣਾ ਉੱਪਰ ਮਹਿਲ ਮੁਰਾਰ। ਪਰਮਾਤਮਾ ਦੇ ਰਹਿਣ ਦਾ ਸੋਹਣਾ ਥਾਂ ਉੱਚਾ ਹੈ, ਉਸ ਦਾ ਮਹਿਲ ਸਭ ਤੋਂ ਉੱਪਰ ਹੈ। ਸੱਚ ਕਰਨੀ ਦੇ ਪਾਈਐ ਦਰ ਘਰ ਮਹਿਲ ਪਿਆਰ। ਉਸ ਦਾ ਦਰ, ਉਸ ਦਾ ਘਰ ਮਹਿਲ ਪਿਆਰ ਦੀ ਰਾਹੀਂ ਲੱਭਦਾ ਹੈ। ਟਿਕਵਾਂ ਚੰਗਾ ਆਚਰਣ ਦੇ ਕੇ ਲੱਭੀਦਾ ਹੈ। ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ। ਪਰ ਉੱਚਾ ਆਚਰਣ ਵੀ ਸੌਖੀ ਖੇਡ ਨਹੀਂ। ਮਨ ਵਿਕਾਰਾਂ ਵੱਲ ਹੀ ਪ੍ਰੇਰਦਾ ਰਹਿੰਦਾ ਹੈ ਤੇ ਮਨ ਨੂੰ ਗੁਰੂ ਦੀ ਰਾਹੀਂ ਸਿੱਧੇ ਰਾਹੇ ਪਾਈਦਾ ਹੈ। ਸਰਬ ਵਿਆਪੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਨਾਲ ਸਮਝਾਈਦਾ ਹੈ। ਤ੍ਰਿਵਧ ਕਰਮ ਕਮਾਈ ਹੈ ਆਸ ਅੰਦੇਸਾ ਹੋਏ। ਦੁਨੀਆ ਵਿੱਚ ਆਮ ਤੌਰ 'ਤੇ ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਰਹਿ ਕੇ ਹੀ ਕਰਮ ਕਰੀਦੇ ਹਨ, ਜਿਸ ਕਰਕੇ ਆਸਾ ਤੇ ਸਹੰਸਿਆ ਦਾ ਗੇੜ ਬਣਿਆ ਰਹਿੰਦਾ ਹੈ। ਇਹਨਾਂ ਦੇ ਕਾਰਨ ਮਨ ਵਿੱਚ ਖਿਝ ਬਣਦੀ ਹੈ। ਕਿਉ ਗੁਰ ਬਿਨ ਤ੍ਰਿਕੁਟੀ ਛੁਟਸੀ ਸਹਿਜ ਮਿਲਿਆ ਸੁਖ ਹੋਏ। ਇੰਜ ਖਿਝ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਨਹੀਂ ਹਟਦੀ। ਇਹ ਖਿਝ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਨਹੀਂ ਹਟਦੀ। ਗੁਰੂ ਦੀ ਰਾਹੀਂ ਹੀ ਅਡੋਲਤਾ ਪੈਦਾ ਹੁੰਦੀ ਹੈ। ਅਡੋਲਤਾ ਵਿੱਚ ਟਿਕੇ ਰਹਾਂ ਆਤਮਕ ਆਨੰਦ ਮਿਲਦਾ ਹੈ। ਨਿਜ ਕਰ ਮਹਿਲ ਪਛਾਣੀਐ ਨਦਰ ਕਰੇ ਮਲ ਧੋਏ। ਜਦੋਂ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਮਨੁੱਖ ਆਪਣੇ ਮਨ ਦੀ ਮੈਲ ਸਾਫ਼ ਕਰਦਾ ਹੈ। ਮਨ ਭਟਕਣੋਂ ਹਟ ਜਾਂਦਾ ਹੈ ਤੇ ਅਡੋਲਤਾ ਵਿੱਚ ਪਰਮਾਤਮਾ ਦਾ ਟਿਕਾਣਾ ਆਪਣੇ ਅੰਦਰ ਹੀ ਪਛਾਣ ਲਈਦਾ ਹੈ। ਬਿਨ ਗੁਰ ਮੈਲ ਨਾ ਉਤਰੈ ਬਿਨ ਹਰ ਕਿਉਂ ਘਰ ਵਾਸ। ਗੁਰੂ ਤੋਂ ਬਿਨਾਂ ਮਨ ਦੀ ਮੈਲ ਨਹੀਂ ਧੁੱਪਦੀ। ਪਰਮਾਤਮਾ ਵਿੱਚ ਜੁੜਨ ਤੋਂ ਬਿਨਾਂ ਮਾਨਸਿਕ ਅਡੋਲਤਾ ਨਹੀਂ ਲੱਭਦੀ। ਏਕੋ ਸ਼ਬਦ ਵਿਚਾਰੀਐ ਅਵਰਤ ਆਗੈ ਆਸ। ਇੱਕ ਰਾਜ਼ਕ ਪ੍ਰਭੂ ਦੀ ਹੀ ਸਿਫਤ ਸਲਾਹ ਵਿਚਾਰਨੀ ਚਾਹੀਦੀ ਹੈ। ਜੋ ਸਿਫਤ ਸਲਾਹ ਕਰਦਾ ਹੈ ਉਹ ਹੋਰ ਹੋਰ ਆਸਾਂ ਛੱਡ ਦਿੰਦਾ ਹੈ। ਨਾਨਕ ਦੇਖ ਦਿਖਾਈਐ ਹੋ ਸਦ ਬਲਿਹਾਰੈ ਜਾਸ। ਹੇ ਨਾਨਕ, ਜਿਹੜਾ ਗੁਰੂ ਆਪ ਪ੍ਰਭੂ ਦਾ ਦਰਸ਼ਨ ਕਰਕੇ ਮੈਨੂੰ ਦਰਸ਼ਨ ਕਰਾਉਂਦਾ ਹੈ, ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ। ਸ੍ਰੀ ਰਾਗ ਮਹੱਲਾ ਪਹਿਲਾ। ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੈ ਭਾਏ। ਜਿਹੜੀ ਭਾਗਹੀਣ ਜੀਵ ਇਸਤਰੀ ਪ੍ਰਭੂ ਪਤੀ ਤੋਂ ਬਿਨਾਂ ਮਾਇਆ ਆਦਿਕ ਹੋਰ ਦੂਜੇ ਪਿਆਰ ਵਿੱਚ ਲੱਗੀ ਠੱਗੀ ਰਹਿੰਦੀ ਹੈ, ਉਸ ਦਾ ਜਿਉਣਾ ਫਿਟਕਾਰ ਯੋਗ ਹੀ ਹੈ। ਕੱਲਰ ਕੇਰੀ ਕੰਧ ਜਿਉਂ ਅਹਨਸ ਕਿਰ ਢਹਿ ਪਾਏ। ਜਿਵੇਂ ਕੱਲਰ ਦੀ ਕੰਧ ਸਹਿਜੇ ਸਹਿਜੇ ਕਿਰਦੀ ਰਹਿੰਦੀ ਹੈ, ਤਿਵੇਂ ਉਸ ਦਾ ਆਤਮਿਕ ਜੀਵਨ ਵੀ ਦਿਨ ਰਾਤ ਮਾਇਆ ਦੇ ਮੋਹ ਵਿੱਚ ਕਿਰ ਕਿਰ ਕੇ ਢਹਿ ਢੇਰੀ ਹੁੰਦਾ ਜਾਂਦਾ ਹੈ। ਬਿਨ ਸ਼ਬਦੈ ਸੁਖ ਨਾ ਥੀਐ ਪਿਰ ਬਿਨ ਦੁਖ ਨਾ ਜਾਏ। ਸੁਖ ਦੀ ਖਾਤਰ ਉਹ ਦੌੜ ਭੱਜ ਕਰਦੀ ਹੈ, ਪਰ ਗੁਰੂ ਦੀ ਸ਼ਰਨ ਤੋਂ ਬਿਨਾਂ ਸੁਖ ਨਹੀਂ ਮਿਲ ਸਕਦਾ। ਮਾਇਆ ਦਾ ਮੋਹ ਤਾਂ ਸਗੋਂ ਦੁੱਖ ਹੀ ਦੁੱਖ ਪੈਦਾ ਕਰਦਾ ਹੈ ਤੇ ਪਤੀ ਪ੍ਰਭੂ ਨੂੰ ਮਿਲਣ ਤੋਂ ਬਿਨਾਂ ਮਾਨਸਿਕ ਦੁੱਖ ਦੂਰ ਨਹੀਂ ਹੁੰਦਾ। ਮੁੰਦੇ ਪਿਰ ਬਿਨ ਕਿਆ ਸਿੰਗਾਰ। ਹੇ ਮੂਰਖ ਜੀਵ ਇਸਤਰੀ, ਜੇ ਪਤੀ ਨਾ ਮਿਲੇ ਤਾਂ ਸ਼ਿੰਗਾਰ ਕਰਨ ਦਾ ਕੋਈ ਲਾਭ ਨਹੀਂ ਹੁੰਦਾ। ਦਰ ਕਰ ਢੋਈ ਨਾਲ ਹੈ ਦਰਗਹ ਝੂਠ ਖੁਆਰ। ਰਹਾਓ, ਜੋ ਜੀਵ ਇਸਤਰੀ ਪ੍ਰੇਮ ਤੋਂ ਸਖਣੀ ਰਹਿ ਕੇ ਹੀ ਧਾਰਮਿਕ ਉਦਮ ਕਰਮ ਆਦਿਕ ਕਰੀ ਜਾਂਦੀ ਹੈ, ਪਰ ਉਸ ਦੇ ਅੰਦਰ ਮਾਇਆ ਮੋਹ ਪ੍ਰਬਲ ਹੈ, ਉਹ ਪ੍ਰਭੂ ਦੇ ਦਰ ਤੇ ਪ੍ਰਭੂ ਦੇ ਘਰ ਵਿੱਚ ਆਸਰਾ ਨਹੀਂ ਲੈ ਸਕਦੀ। ਕਿਉਂਕਿ ਝੂਠ ਭਾਵ ਮਾਇਆ ਦਾ ਮੋਹ ਪ੍ਰਭੂ ਦੀ ਹਜ਼ੂਰੀ ਵਿੱਚ
ਦੁਰਕਾਰਿਆ ਹੀ ਜਾਂਦਾ ਹੈ। ਰਹਾਓ ਆਪ ਸੁਜਾਨ ਨਾ ਭੁੱਲਈ, ਸੱਚਾ ਵੱਡ ਕਿਰਸਾਨ। ਕਿਸਾਨ ਆਪਣੇ ਰੋਜ਼ਾਨਾ ਤਜਰਬੇ ਤੋਂ ਜਾਣਦਾ ਹੈ ਕਿ ਬੀਜ ਬੀਜਣ ਤੋਂ ਪਹਿਲਾਂ ਧਰਤੀ ਨੂੰ ਕਿਵੇਂ ਤਿਆਰ ਕਰਨਾ ਹੈ ਤਾਂ ਕਿ ਫਸਲ ਚੰਗਾ ਲੱਗ ਸਕੇ। ਸਦਾ ਸਥਿਰ ਰਹਿਣ ਵਾਲਾ ਪ੍ਰਮਾਤਮਾ ਵੱਡਾ ਕਿਸਾਨ ਹੈ। ਉਹ ਬੜਾ ਸਿਆਣਾ ਕਿਸਾਨ ਹੈ। ਉਹ ਗਲਤੀ ਨਹੀਂ ਕਰਦਾ, ਕਿਉਂਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਪਹਿਲਾਂ ਧਰਤੀ ਸਾਧਕੈ, ਸੱਚ ਨਾਮ ਦੇ ਦਾਨ। ਜਿਸ ਹਿਰਦੇ ਧਰਤੀ ਵਿੱਚ ਨਾਮ ਬੀਜ ਬੀਜਣਾ ਹੁੰਦਾ ਹੈ, ਉਹ ਉਸ ਹਿਰਦੇ ਧਰਤੀ ਨੂੰ ਪਹਿਲਾਂ ਚੰਗੀ ਤਰ੍ਹਾਂ ਤਿਆਰ ਕਰਦਾ ਹੈ, ਫਿਰ ਉਸ ਵਿੱਚ ਸੱਚੇ ਨਾਮ ਦਾ ਬੀਜ ਬੀਜਦਾ ਹੈ। ਨੌ ਨਿਤ ਉਪਜੈ ਨਾਮ ਏਕ, ਕਰਮ ਪਵੈ ਨਿਸ਼ਾਨ। ਉੱਥੇ ਨਾਮ ਉਗਦਾ ਹੈ, ਮਾਨੋ 9 ਖਜ਼ਾਨੇ ਪੈਦਾ ਹੋ ਜਾਂਦੇ ਹਨ। ਪ੍ਰਭੂ ਦੀ ਮਿਹਰ ਨਾਲ ਉਸ ਹਿਰਦੇ ਵਿੱਚ ਕੀਤੀ ਮਿਹਨਤ ਕਬੂਲ ਪੈਂਦੀ ਹੈ। ਗੁਰ ਕੋ ਜਾਣ ਨਾ ਜਾਣਈ, ਕਿਆ ਤਿਹ ਚੱਜ ਅਚਾਰ। ਜਿਹੜਾ ਮਨੁੱਖ ਜਾਣ ਬੁੱਝ ਕੇ ਗੁਰੂ ਦੀ ਬਜ਼ੁਰਗੀ ਨੂੰ ਨਹੀਂ ਸਮਝਦਾ, ਉਸ ਦਾ ਸਾਰਾ ਜੀਵਨ ਢੰਗ ਕੋਝਾ ਹੈ। ਅੰਧਲੇ ਨਾਮ ਵਿਸਾਰਿਆ, ਮਨਮੁਖ ਅੰਧ ਗੁਬਾਰ। ਆਤਮਕ ਰੋਸ਼ਨੀ ਵੱਲੋਂ ਉਸ ਅੰਨ੍ਹੇ ਨੇ ਪ੍ਰਭੂ ਦਾ ਨਾਮ ਵਿਸਾਰਿਆ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ ਜੀਵਨ ਪੰਧ ਵਿੱਚ ਘੁੱਪ ਹਨੇਰਾ ਹੀ ਹਨੇਰਾ ਰਹਿੰਦਾ ਹੈ। ਆਵਣ ਜਾਣ ਨਾ ਚੁੱਕਈ, ਮਰ ਜਨਮੈ ਹੋਏ ਖੁਆਰ। ਉਹਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ। ਉਹ ਨਿਤ ਜੰਮਦਾ ਹੈ, ਮਰਦਾ ਹੈ, ਜੰਮਦਾ ਹੈ, ਮਰਦਾ ਹੈ ਤੇ ਖੁਆਰ ਹੁੰਦਾ ਰਹਿੰਦਾ ਹੈ। ਚੰਦਨ ਮੋਲ ਅਣਾਇਆ, ਕੰਗੂ ਮਾਂਗ ਸੰਧੂਰ। ਕਿਸੇ ਇਸਤਰੀ ਨੇ ਆਪਣੇ ਪਤੀ ਨੂੰ ਪ੍ਰਸੰਨ ਕਰਨ ਲਈ ਆਪਣੇ ਸਰੀਰਕ ਸ਼ਿੰਗਾਰ ਵਾਸਤੇ ਚੰਦਨ ਮੁੱਲ ਮੰਗਾਇਆ, ਕੇਸਰ ਮੰਗਾਇਆ, ਸਿਰ ਦੇ ਕੇਸਾਂ ਦੇ ਚੀਰ ਸੁੰਦਰ ਬਣਾਉਣ ਲਈ ਸੰਧੂਰ ਮੰਗਾਇਆ। ਚੋਵਾ ਚੰਦਨ ਬੋਕਣਾ, ਪਾਨਾਂ ਨਾਲ ਕਪੂਰ। ਅਤਰ ਚੰਦਨ ਤੇ ਹੋਰ ਸੁਗੰਧੀਆਂ ਮੰਗਾਈਆਂ, ਪਾਨ ਮੰਗਾਏ ਤੇ ਕਪੂਰ ਮੰਗਾਇਆ। ਜੇ ਧਨ ਕੰਤ ਨਾ ਭਾਵਈ, ਤਾਂ ਸਭ ਡੰਬਰ ਕੂੜ। ਪਰ ਜੇ ਉਹ ਇਸਤਰੀ ਪਤੀ ਨੂੰ ਫਿਰ ਵੀ ਚੰਗੀ ਨਾ ਲੱਗੀ ਤਾਂ ਉਸਦੇ ਉਹ ਦਿਖਾਵੇ ਦੇ ਸਾਰੇ ਉਦਮ ਵਿਅਰਥ ਗਏ। ਇਹੀ ਹਾਲ ਜੀਵ ਇਸਤਰੀ ਦਾ ਹੈ। ਪਤੀ ਪ੍ਰਭੂ ਵਿਖਾਵੇ ਦੇ ਧਾਰਮਿਕ ਉਦਮਾਂ ਨਾਲ ਨਹੀਂ ਰੀਝਦਾ। ਸਭ ਰਸ ਭੋਗਣ ਬਾਦ ਹੈ, ਸਭ ਸ਼ਿੰਗਾਰ ਵਿਕਾਰ। ਅਜਿਹੇ ਮਨੁੱਖ ਦੇ ਸਾਰੇ ਸੁੰਦਰ ਪਦਾਰਥ ਵਰਤਣੇ ਵਿਅਰਥ ਚਲੇ ਜਾਂਦੇ ਹਨ, ਕਿਉਂਕਿ ਪਦਾਰਥਾਂ ਨੂੰ ਭੋਗਣ ਵਾਲਾ ਸਰੀਰ ਤਾਂ ਅੰਤ ਸਵਾਹ ਹੋ ਜਾਂਦਾ ਹੈ। ਸਾਰੀਆਂ ਸਰੀਰਕ ਸਜਾਵਟਾਂ ਵੀ ਬੇਕਾਰ ਹੀ ਜਾਂਦੀਆਂ ਹਨ। ਜਬ ਲਗ ਸ਼ਬਦ ਨਾ ਭੇਦੀਐ, ਕਿਉਂ ਸੋ ਹੈ ਗੁਰਦੁਆਰ। ਤਦ ਤੱਕ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਤੀਰ ਨਾਲ ਵਿਝਦਾ ਨਹੀਂ, ਤਦ ਤੱਕ ਗੁਰੂ ਦੇ ਦਰ 'ਤੇ ਸੋਭਾ ਨਹੀਂ ਮਿਲਦੀ। ਨਾਨਕ ਧਨ ਸੁਹਾਗਣੀ, ਜਿਨ ਸਹਿ ਨਾਲ ਪਿਆਰ। ਨਾਨਕ ਧਨ ਸੁਹਾਗਣੀ, ਜਿਨ ਸਹਿ ਨਾਲ ਪਿਆਰ। ਹੇ ਨਾਨਕ, ਉਹੀ ਭਾਗਾਂ ਵਾਲੀਆਂ ਜੀਵ ਇਸਤਰੀਆਂ ਮੁਬਾਰਕ ਹਨ ਜਿਨ੍ਹਾਂ ਦਾ ਪ੍ਰਭੂ ਪਤੀ ਨਾਲ ਪ੍ਰੇਮ ਬਣਿਆ ਰਹਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਇੱਥੇ ਤੱਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 18ਵੇਂ ਅੰਗ ਦੀ ਵਿਆਖਿਆ ਹੋ ਚੁੱਕੀ ਹੈ। 19ਵੇਂ ਅੰਗ ਦੀ ਵਿਆਖਿਆ ਆਰੰਭ ਹੋਈ ਹੈ, ਕੱਲ੍ਹ ਨੂੰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਬਖਸ਼ਣ ਯੋਗ ਹੈ, ਸੰਗਤ ਬਖਸ਼ਣ ਯੋਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।